ਪ੍ਰਾਈਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਤੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਇੱਕ ਖਾਸ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਸਪੈਸ਼ਲੀ ਉਹਨਾਂ ਸਟੂਡੈਂਟਸ ਦੇ ਲਈ ਜੋ ਕਿ ਇੰਡੀਆ ਤੋਂ ਆਏ ਆ ਤੇ ਆਪਣਾ ਡਰਾਈਵਿੰਗ ਲਾਇਸੈਂਸ ਕਰਨਾ ਚਾਹੁੰਦੇ ਨੇ। ਤੇ ਅੱਜ ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਮੌਜੂਦ ਨੇ ਦਰਬਾਰਾ ਸਿੰਘ ਜੀ ਤੂਤ ਤੇ ਉਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਡਰਾਈਵਿੰਗ ਲਾਇਸੈਂਸ ਬਾਰੇ, ਡਰਾਈਵਿੰਗ ਲਾਇਸੈਂਸ ਬਾਰੇ ਤੇ ਜਾਣਾਂਗੇ ਜਿਹੜੇ ਲਾਇਸੈਂਸ ਆ ਉਹ ਕੀ ਕੈਟਾਗਰੀਜ਼ ਦੇ ਹੁੰਦੇ ਨੇ। ਪਹਿਲਾਂ ਤਾਂ ਦਰਬਾਰਾ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬੀ ਟੀਵੀ ਤੇ। ਸ਼ੁਕਰੀਆ ਤੁਹਾਨੂੰ ਕਿ ਤੁਸੀਂ ਇੱਥੇ ਅੱਜ ਸੱਦਿਆ to discuss driving license. I'll do my best to answer all your questions. ਜਦੋਂ ਸਟੂਡੈਂਟ ਇੰਡੀਆ ਤੋਂ ਆਉਂਦਾ ਤੇ ਉਹਨਾਂ ਨੇ ਆਪਣਾ ਲਾਇਸੈਂਸ ਬਣਵਾਉਣਾ, ਡਰਾਈਵਿੰਗ ਲਾਇਸੈਂਸ, what is the first step? The first step is ਉਹਨਾਂ ਨੂੰ ਪਹਿਲਾਂ ਪ੍ਰੋਵੀਜ਼ਨਲ ਲਾਇਸੈਂਸ ਬਣਾਉਣਾ ਪੈਣਾ। ਹਾਂਜੀ, ਤੇ ਪ੍ਰੋਵੀਜ਼ਨਲ ਲਾਇਸੈਂਸ ਉਹ ਫੋਰਮ ਤੁਹਾਨੂੰ ਪੋਸਟ ਆਫਿਸ ਤੋਂ ਮਿਲ ਜਾਂਦੇ ਆ। ਉਹਦੀ ਫੀਸ ਹੁੰਦੀ ਹੈ ਥੋੜ੍ਹੀ ਜਿਹੀ। ਉਹਦੇ ਨਾਲ ਤੁਹਾਨੂੰ ਜਾਂ ਤਾਂ ਉਸ ਫੋਰਮ 'ਤੇ ਤੁਹਾਨੂੰ ਆਪਣਾ ਕੀ ਕਹਿੰਦੇ ਹੁੰਦੇ ਬਾਇਓਮੈਟ੍ਰਿਕ ਰੈਫਰੈਂਸ ਦੇਣੀ ਪੈਣੀ ਆ, ਜਾਂ ਉਹ ਕਾਰਡ ਵੀ ਤੁਹਾਨੂੰ ਭੇਜਣਾ ਪੈਣਾ ਉੱਥੇ। ਜੇ ਤੁਹਾਡੇ ਕੋਲ ਪਾਸਪੋਰਟ ਆ ਉਹ ਤੁਹਾਨੂੰ ਵਿਦ ਵੀਜ਼ਾ ਉਹ ਤੁਹਾਨੂੰ ਭੇਜਣਾ ਪੈਣਾ। ਵੀਜ਼ਾ ਪਾਸਪੋਰਟ ਦੀ ਜੇ ਆਪਾਂ ਗੱਲ ਕਰੀਏ ਤਾਂ ਕੀ ਉਸ ਦੀ ਰਿਕੁਆਇਰਮੈਂਟ ਹੋਣੀ ਹੈ? ਵੀਜ਼ਾ ਸਟੇਟਸ ਤੁਹਾਡਾ ਜਿਹੜਾ ਕਿੰਨਾ ਤੁਹਾਡਾ ਵੈਲਿਡ ਹੋਣਾ ਚਾਹੀਦਾ? ਵੀਜ਼ਾ ਸਟੇਟਸ ਹੋਣਾ ਚਾਹੀਦਾ at least 6 months। ਤੇ ਇਹ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਕਿਉਂਕਿ ਅਸੀਂ EU ਨੂੰ ਛੱਡਿਆ। ਉਹ ਡਾਇਰੈਕਟਿਵ ਸੀ 6 ਮਹੀਨੇ ਦਾ। ਇਟ ਕੁਡ ਚੇਂਜ ਟੂ ਲੈਸ ਔਰ ਮੋਰ। ਕੋਈ ਏਜ ਲਿਮਿਟ ਵੀ ਹੈ ਇਹਦੇ ਲਾਇਸੈਂਸ ਦੀ ਵੀ ਅਪਲਾਈ ਕਰਨਾ ਆਪਾਂ? ਹਾਂਜੀ, ਏਜ ਲਿਮਿਟ ਹੈਗਾ 16 ਤੇ ਤੁਸੀਂ ਅਪਲਾਈ ਕਰ ਸਕਦੇ ਆ। ਪਰ 16 ਤੇ ਤੁਸੀਂ ਅਪਲਾਈ ਕਰ ਸਕਦੇ ਆ ਉਹ ਤੁਹਾਨੂੰ ਮੋਟਰਸਾਈਕਲ ਦਾ ਲਾਇਸੈਂਸ ਦਊਗੇ। ਪਰ ਜੇ ਕਾਰ ਸਿੱਖਣੀ ਆ ਤੁਸੀਂ ਮਸਟ ਬੀ 17। ਹਾਂਜੀ, ਓਕੇ। ਜਦੋਂ ਕੋਈ ਸਟੂਡੈਂਟ ਆ ਕੇ ਇੱਥੇ ਪ੍ਰੋਵੀਜ਼ਨਲ ਲਾਇਸੈਂਸ ਅਪਲਾਈ ਕਰਦਾ, ਜਿੱਦਾਂ ਤੁਸੀਂ ਦੱਸਿਆ ਵੀ ਬਾਇਓਮੈਟ੍ਰਿਕ ਉਹਨਾਂ ਨੂੰ ਆਪਣਾ ਭੇਜਣਾ ਪੈਂਦਾ ਲਾਇਸੈਂਸ ਪ੍ਰੋਵੀਜ਼ਨਲ ਅਪਲਾਈ ਕਰਨ ਲਈ, ਉਹ ਕਿੰਨੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਉਹਨਾਂ ਦਾ ਪ੍ਰੋਵੀਜ਼ਨਲ ਲਾਇਸੈਂਸ ਆ ਜਾਂਦਾ? ਮੈਂ ਇੱਥੇ ਸਾਡੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਪ੍ਰੋਵੀਜ਼ਨਲ ਲਾਇਸੈਂਸ ਜਿਹੜੇ ਹੁਣ ਇੰਡੀਆ ਤੋਂ ਜਿਹੜੇ ਸਟੂਡੈਂਟਸ ਆ ਰਹੇ ਨੇ, ਕਿਉਂਕਿ ਇੰਡੀਆ ਦੇ ਵਿੱਚ ਲਰਨਿੰਗ ਲਾਇਸੈਂਸ ਉੱਥੇ ਉਹਨਾਂ ਨੂੰ ਕਹਿ ਦਿੰਦੇ ਨੇ, ਸੋ ਇੱਥੇ ਪ੍ਰੋਵੀਜ਼ਨਲ ਲਾਇਸੈਂਸ ਆ ਉਹ ਕਿੰਨਾ ਟਾਈਮ ਪੀਰੀਅਡ ਦੇ ਵਿੱਚ ਉਹ ਤੁਹਾਡੇ ਕੋਲੇ ਆ ਜਾਂਦਾ? ਜੇ ਕੋਵਿਡ ਨਹੀਂ ਹੁੰਦਾ 10 ਦਿਨਾਂ ਦੇ ਵਿੱਚ ਉਹ ਆ ਜਾਂਦਾ ਲਾਇਸੈਂਸ। ਤੇ ਪਰ ਕਿਉਂਕਿ ਕੋਵਿਡ ਸਿਚੁਏਸ਼ਨ ਹੈਗਾ ਥੋੜ੍ਹਾ ਜ਼ਿਆਦਾ ਚਿਰ ਵੀ ਲੱਗ ਸਕਦਾ। ਓਕੇ। ਪ੍ਰੋਵੀਜ਼ਨਲ ਲਾਇਸੈਂਸ ਆਉਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਜਿਹੜਾ ਆਪਾਂ ਲੈਸਨ ਲੈਣੇ ਸ਼ੁਰੂ ਕਰ ਦਿੰਦੇ? ਜਿਹੜੇ ਤੁਹਾਡਾ ਪ੍ਰੋਵੀਜ਼ਨਲ ਲਾਇਸੈਂਸ ਆ ਗਿਆ ਉਹਨੇ ਇਸ਼ੂ ਕਰ ਦਿੱਤਾ ਤੇ ਤੁਹਾਨੂੰ ਪਤਾ ਲੱਗ ਗਿਆ ਇਸ਼ੂ ਕਰਦਾ, ਤੁਸੀਂ ਇੰਟਰਨੈਟ 'ਤੇ ਚੈੱਕ ਕਰ ਸਕਦੇ ਤੁਹਾਡਾ ਲਾਇਸੈਂਸ ਇਸ਼ੂ ਹੋ ਗਿਆ। ਤੁਸੀਂ ਉਸ ਟਾਈਮ ਤੁਸੀਂ ਲੈਸਨ ਵੀ ਲੈ ਸਕਦੇ, ਥਿਊਰੀ ਟੈਸਟ ਬੁੱਕ ਆਪਣਾ ਕਰ ਸਕਦੇ ਹੋ। ਓਕੇ। ਥਿਊਰੀ ਟੈਸਟ ਕਿੱਦਾਂ ਆਨਲਾਈਨ ਬੁੱਕ ਹੋਏ? ਥਿਊਰੀ ਟੈਸਟ ਆਨਲਾਈਨ ਵੀ ਹੋਏ, ਟੈਲੀਫੋਨ 'ਤੇ ਵੀ ਹੋਏ ਆ। ਸਾਰੇ ਟੈਸਟ ਆਨਲਾਈਨ ਤੇ ਟੈਲੀਫੋਨ ਹੋਏ ਨੇ। ਜਨਰਲੀ ਸਪੀਕਿੰਗ ਆਨਲਾਈਨ 'ਤੇ ਮੈਜੋਰਟੀ ਦੇ ਟੈਸਟ ਹੁੰਦੇ ਆ। ਬਟ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਬੜੇ ਡਰਾਈਵਿੰਗ ਸਕੂਲ, ਜਿੱਦਾਂ ਅਸੀਂ ਬੜੇ ਡਰਾਈਵਿੰਗ ਸਕੂਲ, ਸਾਨੂੰ ਉਹਨਾਂ ਨੂੰ ਐਕਸੈਸ ਦਿੰਦੇ ਆ ਪਹਿਲੀਆਂ ਚੋਇਸ ਥਿਊਰੀ ਟੈਸਟ ਦੀਆਂ ਜਾਂ ਡਰਾਈਵਿੰਗ ਟੈਸਟ ਦੀਆਂ। ਪਬਲਿਕ ਨੂੰ ਉਹ ਦਿਸਦਾ ਨਹੀਂ ਇਨਫੋਰਮੇਸ਼ਨ ਜਿੰਨਾ ਪਹਿਲਾਂ ਸਾਨੂੰ ਹੁੰਦਾ। ਫਿਰ ਉਹ ਸਾਨੂੰ ਟਾਈਮ ਲਿਮਿਟ ਦਿੰਦੇ ਕਿ ਹਾਂ ਵੀ ਇਹ ਨਹੀਂ ਆਪਣਾ ਟਾਈਮ ਲਿਮਿਟ ਯੂਜ਼ ਕਰਕੇ ਜਿਹੜੇ ਕੈਂਡੀਡੇਟ ਰੈਡੀ ਆ ਜਾਂ ਟੈਸਟ ਨੂੰ, ਫਿਰ ਅਸੀਂ ਉਹਨਾਂ ਨੂੰ ਇਨਫੋਰਮ ਕਰਦੇ ਸਾਡੇ ਕੋਲ ਟੈਸਟ ਹੈਗੇ ਆ ਕਿ ਤੁਸੀਂ ਕਰਨਾ ਚਾਹੁੰਦੇ ਬੁੱਕ, ਉਹ ਨਹੀਂ ਕਰਨਾ ਚਾਹੁੰਦੇ ਬੁੱਕ। ਫਿਰ ਉਹ ਟਾਈਮ ਲਿਮਿਟ ਜਦੋਂ ਐਕਸਪਾਇਰ ਹੁੰਦੀ ਆ ਫਿਰ DSA ਪਬਲਿਕ ਨੂੰ ਇਨਫੋਰਮ ਕਰਦੀ ਆ। ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜੇ ਸਟੂਡੈਂਟ ਖੁਦ ਚੈੱਕ ਕਰਨਗੇ ਆਨਲਾਈਨ ਤਾਂ ਜਿਹੜੀ ਡੇਟ ਦੀ ਪ੍ਰਾਇਓਰਿਟੀਜ਼ ਆ ਉਹ ਤੁਹਾਡੇ ਕੋਲੇ ਐਕਸੈਸ ਜਿਹੜਾ ਉਹ ਕੁਇਕਰ ਹੈਗਾ ਜੇ ਤੁਹਾਡੇ ਥਰੂ ਉਹ ਥਿਊਰੀ ਬੁੱਕ ਕਰਦੇ? ਹਾਂਜੀ ਹਾਂਜੀ। ਤਾਂ ਸਾਡੇ ਕੋਵਿਡ ਦੇ ਵਿੱਚ ਉਹਨੇ ਸਾਨੂੰ ਐਕਸੈਸ ਦਿੱਤਾ ਸੀ, ਪਰ ਸੇਇੰਗ ਆਲ ਦੈਟ ਉਹਨੇ ਕੀ ਕੀਤਾ ਸੀ, ਅਸੀਂ ਬਹੁਤ ਬੁਕਿੰਗ ਕੀਤੀਆਂ ਸੀ, ਉਹਨੇ ਕਾਫੀ ਟੈਸਟ ਕੈਂਸਲ ਵੀ ਕਰ ਦਿੱਤੇ ਸੀ। ਸੋ ਅਸੀਂ ਸਾਡੇ ਡਰਾਈਵਿੰਗ ਸਕੂਲ ਨੇ ਪਾਲਿਸੀ ਲਈ ਸੀ ਅਸੀਂ ਨਵੇਂ ਸਟੂਡੈਂਟਸ ਤੋਂ ਫੀਸ ਨਹੀਂ ਲੈਣੀ ਜਿੰਨਾ ਚਿਰ ਸਾਡਾ DSA ਨਾਲ ਪੋਜੀਸ਼ਨ ਕਲੀਅਰਫਾਈ ਨਹੀਂ ਹੁੰਦਾ। ਜੇ ਗੱਲ ਕਰੀਏ ਥਿਊਰੀ ਦੇ ਵਿੱਚ ਕਿੰਨੇ ਕੁਐਸਚਨਸ ਹੁੰਦੇ, ਕਿਸ ਤਰ੍ਹਾਂ ਦੀ ਥਿਊਰੀ ਹੁੰਦੀ ਹੈ? ਥਿਊਰੀ ਤੁਸੀਂ ਇੰਗਲਿਸ਼ 'ਚ ਕਰ ਸਕਦੇ ਆ, ਕੋਈ ਹੋਰ ਲੈਂਗੁਏਜ ਨਹੀਂ ਕਰ ਸਕਦੇ। ਓਕੇ। ਕਾਰ ਥਿਊਰੀ ਜਾਂ ਟਰੱਕ ਦੀ ਥਿਊਰੀ ਜਾਂ ਬੱਸ ਦੀ ਥਿਊਰੀ, ਕੋਈ ਅਦਰ ਲੈਂਗੁਏਜ ਅਪਾਰਟ ਫਰੋਮ ਵੈਲਸ਼ ਲੈਂਗੁਏਜ ਤੁਸੀਂ ਕਰ ਸਕਦੇ ਆ। ਉਹਦੇ ਹੁੰਦੇ ਥਿਊਰੀ ਤੁਹਾਡੇ 50 ਕੁਐਸਚਨ ਹੁੰਦੇ, ਉਹਨਾਂ 'ਚੋਂ ਤੁਹਾਨੂੰ 43 ਲੈਣੇ ਪੈਣ। ਬਟ ਸੇਇੰਗ ਆਲ ਦੈਟ ਦਿਸ ਕੈਨ ਚੇਂਜ ਟਾਈਮ ਟੂ ਟਾਈਮ ਐਜ਼ ਵੈਲ ਕਿ ਜੇ ਉਹਨਾਂ ਦੀ ਪਾਲਿਸੀ ਚੇਂਜ ਹੋ ਜਾਵੇ।
ਥਿਊਰੀ ਕੁਐਸਚਨ ਦੇ ਨਾਲ ਕੋਈ ਹੋਰ ਟੈਸਟ ਵੀ ਹੁੰਦਾ ਜੀ? ਹਾਂਜੀ, ਜਿਹੜੇ ਤੁਸੀਂ ਥਿਊਰੀ ਕਰਦੇ ਤਾਂ ਤੁਹਾਨੂੰ ਹੈਜ਼ਰ ਪਰਸੈਪਸ਼ਨ ਵੀ ਕਰਨਾ ਪੈਣਾ। ਹੈਜ਼ਰ ਪਰਸੈਪਸ਼ਨ ਕੀ ਹੁੰਦਾ ਕਿ ਤੁਸੀਂ ਕੰਪਿਊਟਰ ਦੇ ਇੱਕ ਡਰਾਈਵਿੰਗ ਸੀਨ ਦੇਖਦੇ ਆ, ਉਹਦੇ ਵਿੱਚ ਤੁਹਾਨੂੰ ਹੈਜ਼ਰਡਾਂ ਪੁਆਇੰਟ ਆਊਟ ਕਰਨਾ ਪੈਣਾ ਕਿ ਇੱਥੇ ਉਹਨੂੰ ਕਲਿੱਕ ਕਰਨਾ ਪਿਆ, ਮੈਨੂੰ ਹੈਜ਼ਰ ਦਿਸ ਪਈ ਆ। ਜਿਹੜਾ ਹੈਜ਼ਰ ਪਰਸੈਪਸ਼ਨ ਟੈਸਟ ਹੈ ਉਹਦੇ ਕੋਲ ਤੁਹਾਡੇ ਕੋਲ 75 ਕਲਿੱਪਸ ਹੋਣੀਆਂ, ਉਹਨਾਂ 'ਚੋਂ 44 ਹੈਜ਼ਰ ਤੁਹਾਨੂੰ ਪੁਆਇੰਟ ਆਊਟ ਕਰਨੀਆਂ ਟੂ ਪਾਸ। ਓਕੇ। ਕਈ ਅਸੀਂ ਦੇਖੇ ਸਟੂਡੈਂਟ ਜਾਂ ਹੋਰ ਥਿਊਰੀ ਉਹਨਾਂ ਤੋਂ ਨਹੀਂ ਪਾਸ ਹੁੰਦੀ ਫਸਟ ਟਾਈਮ ਦੇ ਵਿੱਚ, ਤੁਸੀਂ ਉਹਨਾਂ ਦੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਹੋ? ਓਕੇ, ਜਿਹੜੀ ਥਿਊਰੀ ਆ ਤੇ ਹੈਜ਼ਰ ਪਰਸੈਪਸ਼ਨ ਆ ਤੇ ਬਾਕੀ ਜਿਹੜੇ ਟੈਸਟ ਆ, ਸਾਨੂੰ ਡਰਾਈਵਿੰਗ ਸਕੂਲ ਨੂੰ ਪਤਾ, ਸਪੈਸ਼ਲੀ ਸਾਡੇ ਡਰਾਈਵਿੰਗ ਸਕੂਲ ਨੂੰ ਪਤਾ ਹੈ ਕਿ ਕਿਹੜੇ ਪਾਰਟ 'ਚੋਂ ਜ਼ਿਆਦਾ ਕੁਐਸਚਨ ਆਉਂਦੇ ਆ, ਕੁਐਸਚਨ ਆਉਂਦੇ ਆ ਫॉर ਥਿਊਰੀ। ਸਿਲੇਬਸ ਹੈਗਾ, ਉਹਨੀ ਸਿਲੇਬਸ ਮੇਰੇ ਖਿਆਲ 15 ਸਬਜੈਕਟ ਹੈ। ਸਾਨੂੰ ਪਤਾ ਆ ਕਿ ਕਿਹੜੇ ਸਬਜੈਕਟ ਨੂੰ ਜ਼ਿਆਦਾ ਵੇਟ ਦਿੰਦੇ ਆ ਫॉर ਥਿਊਰੀ, for the marks. Okay. ਕਈ ਸਿਲੇਬਸ ਤੁਹਾਨੂੰ ਇੱਕ ਕੁਐਸਚਨ ਆਉਂਦਾ, ਕਈ ਸਬਜੈਕਟ ਇੱਕ ਕੁਐਸਚਨ, ਕਈ ਸਬਜੈਕਟ ਤੁਹਾਨੂੰ 4-5 ਕੁਐਸਚਨ ਆਉਂਦੇ। ਸੋ ਅਸੀਂ ਕੀ ਕਰਦੇ ਹਾਂ, ਉਹ ਸਬਜੈਕਟ ਸਾਨੂੰ ਪਤਾ ਆ ਤੇ ਅਸੀਂ ਉਹ ਸਬਜੈਕਟ ਤੁਹਾਨੂੰ ਜ਼ਿਆਦਾ ਕਰਾਉਂਗੇ। ਓਕੇ। ਅੱਛਾ, ਜਿਹੜਾ ਥਿਊਰੀ ਟੈਸਟ ਦਾ ਜਿਹੜਾ ਟਾਈਮ ਹੁੰਦਾ ਉਹ ਕਿੰਨਾ ਟਾਈਮ ਹੁੰਦਾ ਜੀ? ਕਿੰਨੇ ਟਾਈਮ ਦਾ ਕੁਐਸਚਨ ਆਨਸਰ ਹੁੰਦਾ ਜੀ? ਜਿਹੜਾ ਥਿਊਰੀ ਟੈਸਟ ਟਾਈਮ ਫॉर ਦ ਕਾਰ ਇਹ ਹੈਗਾ 57 ਮਿੰਟਸ। Okay. ਤੇ ਉਹਦੇ ਵਿੱਚੋਂ ਤੁਹਾਨੂੰ 50 ਕੁਐਸਚਨਸ ਆ ਤੇ 43 ਤੁਹਾਨੂੰ ਠੀਕ ਕਰਨੇ ਪੈਣੇ ਆ। ਓਕੇ। ਥਿਊਰੀ ਟੈਸਟ ਪਾਸ ਹੋਣ ਤੋਂ ਬਾਅਦ ਤੇ ਜਿਹੜਾ ਉਸ ਥਿਊਰੀ ਦਾ ਜਿਹੜਾ ਸਰਟੀਫਿਕੇਟ ਆ ਉਹ ਕਿੱਦਾਂ ਤੁਹਾਨੂੰ ਬਾਈ ਪੋਸਟ ਆਉਂਦਾ ਜਾਂ ਤੁਹਾਨੂੰ ਕਲੈਕਟ ਕਰਨਾ ਪੈਂਦਾ ਕਿਤੋਂ? ਉਹ ਜਿਹੜਾ ਥਿਊਰੀ ਟੈਸਟ ਆ ਉਹ ਜਦੋਂ ਤੁਸੀਂ ਪਾਸ ਕੀਤਾ ਤੁਹਾਨੂੰ ਲੈਟਰ ਉਸ ਦੇਣਾ ਕਿ ਤੇ ਉਹਨੇ ਕਹਿਣਾ ਪਾਸ ਆ ਤੇ ਉਹਦੇ ਤੇ ਨੰਬਰ ਹੁੰਦਾ। ਓਕੇ ਜੀ। ਹਾਂਜੀ, ਉਹ ਨੰਬਰ ਕੁਛ ਹੋਰ ਚੀਜ਼ ਨਹੀਂ ਕੋਈ ਵੈਲਿਡ, ਉਹ ਨੰਬਰ ਹੀ ਤੁਹਾਨੂੰ ਜੋ ਵੈਲਿਡ ਆ। ਜੇ ਤੁਹਾਨੂੰ ਕੋਈ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡਾ ਥਿਊਰੀ ਟੈਸਟ ਪਾਸ ਕਰ ਸਕਦਾ ਦਿਸ ਐਂਡ ਦੈਟ ਸੋ ਸੋ ਫੋਰ, ਲੋਕ ਕਹਿੰਦੇ ਆ ਇੱਦਾਂ ਕਿ ਹਾਂ ਵੀ ਕਿ ਕੋਈ ਨਹੀਂ ਮੈਨੂੰ ਇੰਨੇ ਪੈਸੇ ਦੇ ਇਹ ਉਹ ਕਰਦੇ ਹਨਾ, ਤੇ ਤੁਹਾਨੂੰ ਉਹ ਲੈਟਰ ਫੜਾਉਂਦੇ ਆ ਤੇ ਸਾਨੂੰ ਉਹ ਨੰਬਰ ਅਸੀਂ ਜਿਹੜੇ ਆਪਣੇ ਕੰਪਿਊਟਰ 'ਚ ਫੀਡ ਕਰਦਾ ਤੇ ਜਾਂ DSA ਕੰਪਿਊਟਰ 'ਚ ਫੀਡ ਦੱਸ ਦਿੰਦੇ ਇਹ ਪਾਸ ਆ ਜਾਂ ਫੇਲ ਆ। ਓਕੇ। ਸੋ ਪਿੱਛੇ ਹੁੰਦਾ ਸੀ ਕਿ ਬੰਦੇ ਕਹਿੰਦੇ ਸੀ ਕਿ ਹਾਂ ਆਹ ਲੈਟਰ ਆ ਅਸੀਂ ਪਾਸ ਕਰ ਦਿੱਤਾ, ਪਰ ਹੁਣ ਕੋਈ ਨਹੀਂ। ਜਿਹੜੇ ਤੱਕ ਤੁਸੀਂ ਪ੍ਰੈਕਟੀਕਲ ਟੈਸਟ ਪਾਸ ਕਰਨਾ ਕਿ ਉਹ ਨਹੀਂ ਕਹਿਣਾ ਕਿ ਉਹਨੇ ਕੰਪਿਊਟਰ ਇੱਕਦਮ ਪਿਕਅਪ ਕਰਨਾ ਕਿ ਤੇਰੀ ਪਾਸ ਕੀਤੀ ਕਿ ਨਹੀਂ ਕੀਤੀ, ਤੇ ਹੈਜ਼ ਅ ਪਰਸੈਪਸ਼ਨ। ਓਕੇ। ਥਿਊਰੀ ਟੈਸਟ ਤੋਂ ਬਾਅਦ ਸਰਟੀਫਿਕੇਟ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਨੂੰ ਸਟ੍ਰੇਟ ਵੇ ਮਿਲਣਾ, ਤੇ ਜਿਹੜਾ ਪ੍ਰੈਕਟੀਕਲ ਟੈਸਟ ਆ ਉਹ ਆਪਾਂ ਕਿੰਨੀ ਦੇਰ ਬਾਅਦ ਜਿਹੜੇ ਲੈਸਨ ਆਪਾਂ ਲੈਣੇ ਸਟਾਰਟ ਕਰ ਦਿੰਦੇ ਆ ਜਾਂ ਟੈਸਟ ਦੇ ਸਕਦੇ? ਇਹ ਡਿਪੈਂਡਸ ਔਨ ਕਿ ਬੰਦੇ ਨੇ ਕਿੰਨੀ ਪਹਿਲਾਂ ਉਹਦੇ ਕੋਲ ਡਰਾਈਵਿੰਗ ਐਕਸਪੀਰੀਅੰਸ ਹੈਗਾ। ਹੁਣ ਆਪਣੇ ਮੁੰਡੇ ਜਿਹੜੇ ਹੈਗੇ ਆ ਉਹ ਉੱਥੋਂ ਇੰਡੀਆ ਟਰੈਕਟਰ ਚਲਾਉਂਦੇ ਆਉਂਦੇ ਆ, ਟਰੈਕਟਰ ਕਾਰਾਂ ਚਲਾਉਂਦੇ ਆਉਂਦੇ, ਜੇ ਘਰ 'ਚ ਕਾਰ ਸੀ ਉਹ ਚਲਾਉਂਦੇ ਆ, ਉਹਨਾਂ ਦੇ ਤਾਂ ਵੈਸੇ ਥੋੜ੍ਹੇ ਲੈਸਨ ਜਿਹੜੇ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕਿ ਕਿੰਨੇ ਲੈਸਨ ਆ ਅਨਲੈਸ ਅਸੀਂ ਉਹਨਾਂ ਦਾ ਅਸੈਸਮੈਂਟ ਕਰਕੇ ਤੇ ਦੇਖੀਏ ਕਿ ਉਹਨਾਂ ਦਾ ਰੋਡ ਸੈਂਸ ਆ। ਜਿਹੜੇ ਅਸੀਂ ਰੋਡ ਸੈਂਸ ਦੀ ਗੱਲ ਕਰਦੇ ਆ, ਜਿਹੜਾ ਰੋਡ ਸੈਂਸ ਆ ਇੰਡੀਆ ਦਾ ਰੋਡ ਸੈਂਸ ਡਿਫਰੈਂਟ ਆ ਤੇ ਇੱਥੇ ਦਾ ਰੋਡ ਸੈਂਸ ਡਿਫਰੈਂਟ ਆ। ਫੋਰ ਐਗਜ਼ਾਮਪਲ ਕਿ ਜਿਹੜੇ ਉੱਥੇ ਗੱਡੀਆਂ ਚਲਾਉਂਦੇ ਆ ਉਹ ਰਾਈਟ ਦਾ ਇੰਡੀਕੇਟਰ ਦਿੰਦੇ ਆ ਫੋਰ ਪੀਪਲ ਟੂ ਓਵਰਟੇਕ ਔਨ ਦਾ ਰਾਈਟ। ਇੱਥੇ ਤਾਂ ਉਹ ਕੁਛ ਨਹੀਂ ਹੈ, ਰਾਈਟ ਦਾ ਇੰਡੀਕੇਸ਼ਨ ਹੈ ਕਿ ਅਸੀਂ ਰਾਈਟ ਨੂੰ ਮੋੜ ਰਹੇ ਹਾਂ। ਓਕੇ। ਕਿੰਨੀਆਂ ਜਿਹੜੀਆਂ ਮਿਸਟੇਕਸ ਆ ਜਿਹੜੇ ਇੰਡੀਆ ਤੋਂ ਆਉਂਦੇ ਆ ਉਹ ਕਰਦੇ ਆ? ਇੰਡੀਆ ਦੇ ਜਿਹੜੇ ਕੀ ਕਾਮਨ ਮਿਸਟੇਕ ਇਹੀ ਆ ਕਿ ਹਾਂ ਵੀ ਜਿਹੜੀ ਇੰਡੀਆ ਤੋਂ ਆਉਂਦੇ ਆ ਜਨਰਲੀ ਸਪੀਕਿੰਗ ਉੱਥੋਂ ਜਿਹੜੀ the way of life, way of passing tests, right, is different for way of passing test here. ਹਾਂਜੀ, ਉੱਥੋਂ ਸੋ ਜਨਰਲੀ ਜਿਹੜੇ ਆਪਣੇ ਸਟੂਡੈਂਟ ਇੱਥੋਂ ਜਾਂਦੇ ਆ ਟੈਸਟ ਲਈ ਉਹ ਨਰਵਸ ਬਹੁਤ ਹੋ ਜਾਂਦੇ ਆ। ਜੋ ਨਰਵਸ ਹੋਣ ਕਰਕੇ ਉਹ ਮਿਸਟੇਕ ਬਹੁਤ ਕਰਦੇ ਤੇ ਫੇਲ ਹੋ ਜਾਂਦੇ ਆ। ਪਰ ਜਿਸਲੇ ਉਹ 1-2 ਟੈਸਟ ਦਿੰਦੇ ਆ ਉਹਨਾਂ ਥੋੜ੍ਹਾ ਪਤਾ ਲੱਗ ਜਾਂਦਾ ਕਿ ਹਾਂ ਵੀ ਇਹ ਆਹ ਹਿਸਾਬ ਕਿਤਾਬ ਆ। ਪਰ ਜਿਹੜਾ ਚੰਗਾ ਇੰਸਟਰਕਟਰ ਆ ਉਹ ਪੁਆਇੰਟ ਆਊਟ ਕਰ ਸਕਦਾ ਕਿ ਹਾਂ ਵੀ ਕੀ ਐਗਜ਼ਾਮਨਰ ਦੇਖ ਰਿਹਾ, ਕੀ ਐਗਜ਼ਾਮਨਰ ਨਹੀਂ ਦੇਖੂਗਾ, ਕਈ ਬੜੇ ਮਿਸਟੇਕ ਹੈ, ਕਈ ਛੋਟੇ ਮਿਸਟੇਕ ਆ। ਅੱਛਾ ਜੀ, ਜਿਹੜਾ ਬਿਗਿਨਰ ਆ ਜਿੰਨੇ ਬਿਲਕੁਲ ਵੀ ਕਾਰ ਦੀ ABC ਵੀ ਜਦੋਂ ਨਹੀਂ ਆਉਂਦੀ, ਕਿੰਨੇ ਕੁ ਲੈਸਨ ਦੀ ਰਿਕੁਆਇਰਮੈਂਟ
according to you? ਜਿਹੜਾ ਬਿਗਿਨਰ ਹੈ ਜਿਹਨੇ ਕਿਸੇ ਕੋਈ ਕਾਰਨ ਟੱਚ ਨਹੀਂ ਕੀਤਾ, ਥੋੜਾ ਅਸੀਂ ਫਾਰਮੂਲਾ ਵਰਤੀਦਾ ਇੱਕ which is generally roughly ਠੀਕ ਆ ਜੇ ਤਾਂ ਮੁੰਡਾ ਜਾਂ ਕੁੜੀ ਹੋਵੇ 17 ਸਾਲਾਂ ਦੀ ਉਹਨੂੰ 17 ਲੈਸਨ ਪਲੱਸ 3-4 ਹੋਰ ਲੈਸਨ ਜਾ ਕੇ 20 ਲੈਸਨ ਦੀ ਲੋੜ ਆ to go to test ready, not accurately but in 25-20 ਲੈਸਨ ਜਿਸ ਵੇਲੇ ਉਮਰ ਵਧੀ ਜਾਂਦੀ ਹੈ ਬੰਦੇ ਦੀ, ਜਿੱਦਾਂ ਹੁਣ 18 20 21 22 23 24 25 30 ਸਾਲ ਦਾ, ਫਿਰ ਉਹਨਾਂ 30 ਲੈਸਨ ਪਲੱਸ 5 35 ਲੈਸਨ ਜਿਹੜੇ ਉਹ ਤੋਂ ਚੱਲੇ 40 ਫਿਰ 40 ਲੈਸਨ ਪਲੱਸ 5 45 ਲੈਸਨ. It depends on the age, but it's not hard, exact rule, but that's generally we know that it works. ਜੇ ਅਸੀਂ ਗੱਲ ਕਰੀਏ ਤੁਹਾਡੇ ਐਕਸਪੀਰੀਅੰਸ ਦੀ, so how long you been doing this? ਮੈਂ ਇਸ ਕੰਮ 'ਚ nearly 35 to 40 years ਕੰਮ ਕਰ ਰਿਹਾ. ਜਦ ਡਰਾਈਵਿੰਗ ਸਕੂਲ ਜਾਂ ਹੁਣ ਅੱਜ ਕਿਹਾ ਜਾਂਦਾ ਓਵਰਪਾਸ ਡਰਾਈਵਿੰਗ ਸਕੂਲ, ਇਹ 50 ਸਾਲ ਹੋ ਗਏ ਖੁੱਲ੍ਹੇ ਨੂੰ. ਅਤੇ ਅਸੀਂ ਪਹਿਲਾਂ ਆਪਣੇ ਘਰ ਹੁੰਦਾ ਸੀ ਆਫਿਸ, ਫਿਰ ਅਸੀਂ ਹੁਣ ਧੂਤ ਕੋਰਨਰ 'ਤੇ ਬਣਾਤਾ ਅਤੇ ਅਸੀਂ nearly 50 years ਉਹਦੇ ਵਿੱਚ ਮੇਰਾ ਆਪ ਐਕਸਪੀਰੀਅੰਸ ਲੀਸਟ 35 to 40 years ਆ. ਓਕੇ, ਜਿੱਦਾਂ ਕਈ ਲਰਨਰਸ ਹੈਗੇ ਆ, ਅਸੀਂ ਨੋਟਿਸ ਕਰਦੇ ਹਾਂ ਵੀ ਉਹ ਬੇਸਡ ਕਿਤੋਂ ਹੋਰ ਦੇ ਹੁੰਦੇ ਆ. ਲਾਈਕ ਸਪੋਜ਼ ਸਮਨ ਇਜ਼ ਫਰਮ ਸਾਊਥਫੋਲ ਐਂਡ ਉਹਨਾਂ ਨੇ ਟੈਸਟ ਕਿਤੇ ਹੋਰ ਟਾਊਨ ਦੇ ਵਿੱਚ ਬੁੱਕ ਕੀਤਾ ਹੁੰਦਾ. ਵਾਟ ਇਜ਼ ਦ ਰੀਜ਼ਨ? ਕੀ ਉਸ ਦੇ ਪਿੱਛੇ ਰੀਜ਼ਨ ਹੋ ਸਕਦਾ? ਕੀ ਉੱਥੇ ਈਜ਼ੀ ਹੁੰਦਾ ਰੋਡਸ ਐਂਡ ਐਵਰੀਥਿੰਗ? ਇਹਦੇ 2-3 ਕਾਰਨ ਹੋ ਸਕਦੇ ਆ ਜਿਹੜੇ ਹੈਗੇ. ਕਈ ਜਿਹੜੇ ਆਪਣੇ ਵਰਡ ਐਂਡ ਮਾਊਥ ਨੂੰ ਕਹੀ ਜਾਂਦਾ ਕਿ ਹਾਂ ਵੀ ਜਿੱਦਾਂ ਤੁਸੀਂ ਸਿੱਖਦੇ ਕਿਸੇ ਕੋਲ, ਤੁਸੀਂ ਆਪਣੇ ਫਰੈਂਡ ਕਹੇ ਤੁਸੀਂ ਉਹ ਪਾਸ ਕਰ ਦਿੰਦਾ ਸੋ ਜਿਹੜੇ ਸਾਡੇ ਆਪਣੇ ਇੰਡੀਅਨ ਮੁੰਡੇ ਆ ਐਟ ਦ ਮੋਮੈਂਟ, ਉਹ ਵਰਡ ਐਂਡ ਮਾਊਥ 'ਤੇ ਕਹਿੰਦੇ ਕਿ ਹਾਂ ਵੀ ਤੁਸੀਂ ਉਹਦੇ ਕੋਲ ਚਲੇ ਜਾਓ, ਤੁਸੀਂ ਉਹਦੇ ਕੋਲ ਚਲੇ ਜਾਓ ਐਂਡ ਸੋ ਫੋਰਥ. ਦੈਟਸ ਵਨ ਰੀਜ਼ਨ. ਕਈ ਹੁਣ ਇੰਟਰਨੈਟ 'ਤੇ ਤੁਸੀਂ ਸਰਚ ਕਰ ਸਕਦੇ ਕਿ ਵੇਅਰ ਦ ਪਾਸ ਰੇਟ ਇਜ਼ ਸਲਾਈਟਲੀ ਹਾਈ, ਪਾਸ ਰੇਟ ਸਲਾਈਟਲੀ ਲੋ. ਇਹ ਵੀ ਰੀਜ਼ਨ ਹੋ ਸਕਦਾ. ਬਟ ਦ ਥਿੰਗ ਇਜ਼ ਜਨਰਲੀ ਸਪੀਕਿੰਗ, ਜੇ ਤੁਸੀਂ ਚੰਗਾ ਡਰਾਈਵਰ ਬਣਨਾ ਚਾਹੁੰਦੇ ਆ ਕਿ ਯੂ ਸ਼ੁਡ ਹੈਵ ਅ ਗੁੱਡ ਇੰਸਟਰਕਟਰ, ਯੂ ਸ਼ੁਡ ਬੀ ਏਬਲ ਟੂ, ਤੁਸੀਂ ਕਿਹੜੇ ਮਰਜ਼ੀ ਟੈਸਟ ਸੈਂਟਰ 'ਤੇ ਜਾ ਕੇ ਪਾਸ ਹੋ ਸਕਦੇ ਆ. ਪਰ ਮੇਰੇ ਐਕਸਪੀਰੀਅੰਸ ਮੈਂ ਇਹ ਦੇਖਿਆ, ਜੇ ਤੁਸੀਂ ਕਿਸੇ ਨੂੰ ਦੱਸ ਰਹੇ ਆ ਐਜ਼ ਯੂਰ ਐਕਸਪੀਰੀਅੰਸ, ਉਹ ਮੰਨਦੇ ਨੇ ਕਿ ਹਾਂ ਵੀ ਦਿਸ ਜੇ ਇੰਸਟਰਕਟਰ ਗੁੱਡ ਆ ਐਟ ਦੀ ਐਂਡ ਆਫ ਡੇ the student is willing, ਉਹ ਸੁਣਦਾ ਆ ਉਹਦੀ ਗੱਲ ਦੀ, ਆਪਣੀ ਫਰੈਂਡਾਂ ਦੀ ਨਹੀਂ ਸੁਣਦਾ, ਜਿਹੜਾ ਚੰਗੇ ਇੰਸਟਰਕਟਰ ਦੀ ਸੁਣਦਾ ਕਿ ਹਾਂ ਵੀ ਕੀ ਕਹਿ ਰਿਹਾ ਮੇਰੇ ਲਈ. ਹੁਣ ਕਈ ਹੁੰਦੇ ਕਿ ਮੈਂ the other thing is ਜਿਹੜੇ ਡਰਾਈਵਿੰਗ ਸਕੂਲ ਆ ਉਹ ਅਟੈਚਡ ਹੁੰਦੇ ਆ ਕਿ ਟੈਸਟ ਸੈਂਟਰ. ਜਿੱਦਾਂ ਹੁਣ ਅਸੀਂ ਹੇਸ 'ਚ ਅਸੀਂ ਯੈਡਿੰਗ ਸਾਊਥਫੁਲ ਅਤੇ ਆਕਸਬ੍ਰਿਜ ਯੂਜ਼ ਕਰੂੰਗੇ ਕਿਉਂਕਿ ਸਾਡੇ ਲਾਗੇ ਅਸੀਂ ਉਹਨਾਂ ਦੇ ਟੈਸਟ ਤੁਹਾਨੂੰ ਘੁਮਾ ਦੂੰਗੇ ਇੱਕਦਮ ਕਿ ਹਾਂ ਵੀ ਇੱਥੇ ਇੱਦਾਂ ਆ, ਇੱਥੇ ਇੱਦਾਂ ਹੈ. ਹੁਣ ਜਿਹੜਾ ਸਪੋਜ਼ ਡਿਫਰੈਂਟ ਟੈਸਟ ਸੈਂਟਰ ਆ, ਉੱਥੇ ਉਹਦੇ ਲਾਗੇ ਉਹਦੇ ਡਰਾਈਵਿੰਗ ਸਕੂਲ ਨੇ ਜਿਹੜੇ ਉਹਨਾਂ ਨੂੰ ਯੂਜ਼ ਕਰਦੇ ਆ. ਪਰ ਜਨਰਲੀ ਸਪੀਕਿੰਗ ਆਈ ਵੁੱਡ ਸੇ ਕਿ ਤੁਸੀਂ ਉਹੀ ਟੈਸਟ ਸੈਂਟਰ ਵਰਤੋ ਜਿੱਥੇ ਤੁਸੀਂ ਰਹਿੰਦੇ ਅਤੇ ਜਿੱਥੇ ਤੁਹਾਡਾ ਡਰਾਈਵਿੰਗ ਇੰਸਟਰਕਟਰ ਲੋਕਲ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਹਾਂ ਵੀ ਕੀ ਕਰਾਉਂਦੇ ਆ. ਸੇਇੰਗ ਉਹ ਸਾਰਾ ਕੁਝ ਕਹਿ ਕੇ ਵੀ ਮਸਟ ਬੀ ਕੇਅਰਫੁਲ ਕਿ ਅਸੀਂ ਖਿਆਲ ਰੱਖਣਾ ਚਾਹੀਦਾ ਕਿ ਤੁਸੀਂ ਡਰਾਈਵਿੰਗ ਟੈਸਟ ਨੂੰ ਸਿੱਖਣੇ ਨਹੀਂ ਚਾਹੀਦੇ. ਦ ਰੀਜ਼ਨ ਵਾਈ, ਸਪੋਜ਼ ਤੁਸੀਂ ਤੁਹਾਡਾ ਡਰਾਈਵਿੰਗ ਇੰਸਟਰਕਟਰ ਤੁਹਾਨੂੰ ਕਹਿੰਦਾ ਕਿ ਤੁਸੀਂ ਇੱਦਾਂ ਕਰੋ, ਲੈਫਟ ਟਰਨ ਕਰੀ ਜਾਓ, ਇੱਥੋਂ ਲੈਫਟ ਟਰਨ ਕਰੀ ਚਲੋ, ਲੈਫਟ ਟਰਨ ਕਰੀ ਜਾਓ, ਰਾਈਟ ਟਰਨ ਕਰੀ ਚਲੋ, ਰਨ ਪੜੋ, ਸਿੱਧੇ ਨਿਕਲੋ, ਸੋ ਫੋਰ. ਤੁਹਾਡਾ ਜਿਹੜਾ ਸਾਈਕੋਲੋਜੀਕਲੀ ਤੁਸੀਂ ਪ੍ਰੋਗਰਾਮ ਹੋ ਜਾਂਦੇ ਆ ਉਸ ਇੰਸਟਰਕਸ਼ਨ 'ਤੇ ਮਾਈਂਡ ਸੈਟ ਹੈ ਕਿ ਮੈਨੂੰ ਇੱਧਰ ਨੂੰ ਹੀ ਖਾਣਾ ਹੈ. ਫॉर एग्जाम्पल देख रहा मेरा टाइम इन्ना हो गया, मैं हूँ कि थोड़ा लेट हो रहा, थोड़ा लेट हो रहा, तेज चल रहा, फिर वो टर्निंग ਨੂੰ डिफरेंट बना रहा, वो कहता टर्न राइट जिथे तुसी लेफ्ट ਤੇ ਹੋ ਰਿਹਾ ਸੀ, ਤੁਸੀਂ ਸੋਚਦੇ ਹਾਂ ਯਾਰ ਮੇਰੇ ਇੰਸਟਰਕਟਰ ਨੇ ਲੈਫਟ ਕਰਾਈ ਹੋਇਆ, ਤੇ ਜਿਹੜਾ ਤੁਹਾਡਾ ਕਨਸੈਂਟਰੇਸ਼ਨ ਰੋਡ ਤੋਂ ਲੂਜ਼ ਹੋ ਕੇ ਤੇ ਜਦੋਂ ਤੁਸੀਂ ਰਾਈਟ ਕਰਦੇ ਹੋ ਕੋਈ ਮੋਰੇ ਆ ਜਾਂਦਾ. This is when you go for the test. Yeah, this is when you ਤੁਸੀਂ serious mistake ਕਰ ਜਾਂਦੇ ਹੋ, that's the end of it. So ਮੈਂ ਕਹਿੰਦਾ ਕਿ ਹਾਂ ਟੈਸਟ ਰੂਟ ਕਵਰ ਹੋਣੇ ਚਾਹੀਦੇ ਆ, ਬਟ ਸੇਇੰਗ all that general driving you must be ਤਿਆਰ ਹੋਣ ਕਿ ਇਹ ਚੇਂਜ ਹੋ ਸਕਦਾ ਕਿ on the test rate.
ਕਿੱਦਾਂ ਉਹ ਆਪਣਾ ਇੰਸਟ੍ਰਕਟਰ ਚੂਜ਼ ਕਰਨ ਵੀ ਆਹ ਇੰਸਟ੍ਰਕਟਰ ਸਾਡੇ ਲਈ ਗੁੱਡ ਆ, ਸਾਨੂੰ ਇੱਥੋਂ ਟ੍ਰੇਨਿੰਗ ਲੈਣੀ ਚਾਹੀਦੀ ਆ? ਇਹ ਤਾਂ ਇੱਕ ਤਾਂ ਇੰਸਟ੍ਰਕਟਰ ਕੁਆਲੀਫਾਈਡ ਹੋਣਾ ਚਾਹੀਦਾ। ਜਿਹੜੇ ਚੰਗੇ ਇੰਸਟ੍ਰਕਟਰ ਆ ਉਹ ਚੰਗੇ ਡਰਾਈਵਿੰਗ ਸਕੂਲ ਨੂੰ ਨਾਲ ਕੰਮ ਕਰਦੇ ਆ। ਜਿਹੜੇ ਪ੍ਰਾਈਵੇਟ ਵੀ ਚੰਗੇ ਜਿਹੜੇ ਇੰਡੀਵਿਜੂਅਲ ਇੰਸਟ੍ਰਕਟਰ ਉਹ ਹੀ ਚੰਗੇ ਆ, ਪਰ ਜਨਰਲੀ ਸਪੀਕਿੰਗ ਇੰਸਟ੍ਰਕਟਰ ਕੋ ਬੈਜ ਹੋਣਾ ਚਾਹੀਦਾ, ਗ੍ਰੀਨ ਜਾਂ ਲਰਨਿੰਗ ਬੈਜ, ਜਾਂ ਤੁਸੀਂ ਜਾ ਕੇ ਉਹਨਾਂ ਦਾ ਆਫਿਸ ਦੇਖ ਲਓ ਤੇ ਉਹਨਾਂ ਦਾ ਆਫਿਸ ਹੈਗਾ ਆ, ਜਾਂ ਉਹਨਾਂ ਨਾਲ ਕੋਈ ਹੋਰ ਇੰਸਟ੍ਰਕਟਰ ਕੰਮ ਕਰ ਰਿਹਾ ਆ। ਦੈਟਸ another thing you can check, ਬਟ ਜਨਰਲੀ ਸਪੀਕਿੰਗ ਉਹਨਾਂ ਨੂੰ ਕੁਐਸਚਨ ਚਾਹੀਦਾ ਕਿ ਹਾਂ ਵੀ ਤੁਸੀਂ ਕਿੰਨਾ ਚਿਰ ਇਹ ਕੰਮ ਕਰਦੇ ਆ, ਐਂਡ ਜਨਰਲੀ ਉਹਨਾਂ ਦੀ ਜਿਹੜੀ ਕੀ ਕਹਿੰਦੇ ਹੁੰਦੇ ਆ ਲੁੱਕ whatever should be professional, ਕਿ ਹਾਂ ਵੀ ਇਹਨਾਂ ਦੀਆਂ ਇੰਨੀਆਂ ਗੱਡੀਆਂ ਘੁੰਮਦੀਆਂ, they must be doing something right. ਕਾਰ ਕਿੱਦਾਂ ਚੂਜ਼ ਕਰਨ? ਬਿਕਾਜ਼ ਸਮ ਪੀਪਲ ਵਾਂਟਸ ਟੂ ਡੂ ਦੇਅਰ ਟੈਸਟ ਔਨ ਆਟੋਮੈਟਿਕ। ਜਦੋਂ ਆਟੋਮੈਟਿਕ ਤੇ ਪਾਸ ਕਰ ਲੈਂਦੇ ਆ, ਕੈਨ ਦੇ ਡਰਾਈਵ ਮੈਨੂਅਲ? ਜਿਹੜੇ ਤੁਸੀਂ ਆਟੋਮੈਟਿਕ ਤੇ ਪਾਸ ਕਰਦੇ ਤੁਸੀਂ ਮੈਨੂਅਲ ਨਹੀਂ ਗੱਡੀ ਚਲਾ ਸਕਦੇ। ਇਟਸ ਬੈਸਟ ਟੂ ਅਸੀਂ ਉਹ ਐਡਵਾਈਸ ਕਰੀਦਾ ਸਾਰਿਆਂ ਨੂੰ, ਅਨਲੈਸ ਕਿ ਜਿਹੜਾ ਡਰਾਈਵਰ ਵੀਕ ਆ who needs for some reason is not picking up, ਫਿਰ ਉਹਨੂੰ ਅਸੀਂ ਐਡਵਾਈਸ ਕਰਦੇ ਤੁਸੀਂ ਆਟੋਮੈਟਿਕ ਤੇ ਕਰ ਲਓ। ਪਰ ਜਨਰਲੀ ਸਪੀਕਿੰਗ ਜੇ ਤੁਸੀਂ ਚੂਜ਼ ਕਰਨਾ, it should be a manual license, ਜਿਹੜਾ ਜਿਵੇਂ ਤੁਸੀਂ ਮੈਨੂਅਲ ਲਾਇਸੈਂਸ ਕਰਦੇ ਆ ਦੈਟ ਤੁਹਾਡੀਆਂ ਡੋਰਾਂ ਖੁੱਲ ਜਾਂਦੀਆਂ। ਤੁਸੀਂ ਜਿਹੜੇ ਤੁਸੀਂ ਟਰੱਕ ਕਰਦੇ ਆ, ਜੇ ਤੁਸੀਂ ਆਟੋਮੈਟਿਕ ਕਰਦੇ ਜੇ ਤੁਹਾਨੂੰ ਆਟੋਮੈਟਿਕ ਲਾਇਸੈਂਸ, ਜੇ ਕਾਰ ਦਾ ਕਿ ਤੁਸੀਂ ਆਟੋਮੈਟਿਕ ਟਰੱਕ ਦਾ ਤੁਹਾਨੂੰ ਆਟੋਮੈਟਿਕ ਹੀ ਦਿੰਦੇ ਆ। ਜੇ ਤੁਸੀਂ ਮੈਨੂਅਲ ਕਾਰ ਦਾ ਤੁਸੀਂ ਕੀਤਾ ਤੁਹਾਨੂੰ ਆਟੋਮੈਟਿਕ ਪਾਸ ਕਰਕੇ ਟਰੱਕ ਦਾ ਤੁਹਾਨੂੰ ਮੈਨੂਅਲ ਤੋਂ ਮਿਲ ਜਾਣਾ। ਸੇਮ ਫॉर द ਬੱਸ। ਓਕੇ, ਕਾਰ ਦੇ ਲਾਇਸੈਂਸ ਪਾਸ ਕਰਨ ਤੋਂ ਬਾਅਦ ਆਪਾਂ ਜਿਹੜੇ ਕਿਹੜੇ ਵਹੀਕਲ ਹੈ, ਕਿੰਨੇ ਸਾਈਜ਼ ਤੱਕ ਜਿਹੜਾ ਆਪਾਂ ਵਹੀਕਲ ਡਰਾਈਵ ਕਰ ਸਕਦੇ ਹਾਂ? ਜਦੋਂ ਤੁਸੀਂ ਕਾਰ ਦਾ ਲਾਇਸੈਂਸ ਪਾਸ ਕਰਦੇ ਹੋ ਤੁਸੀਂ ਅਪ ਟੂ 3.5 ਟਨਸ ਗੱਡੀ ਚਲਾ ਸਕਦੇ ਹੋ, ਜਿਹੜੀ ਮਰਜ਼ੀ। ਓਕੇ, ਐਂਡ ਦ ਸੀਟਿੰਗ ਕੈਪੈਸਿਟੀ ਆਫ 9 ਸੀਟਸ। ਸੋ ਦੈਟ ਮੀਨਸ ਜਿਹੜੇ ਤੁਸੀਂ ਕਾਰ ਦਾ ਟੈਸਟ ਪਾਸ ਕਰਦੇ ਆ, ਤੁਸੀਂ ਵੈਨ ਵੀ ਚਲਾ ਸਕਦੇ ਆ ਜਿਹੜੇ ਅਪ ਟੂ 3.5 ਟਨਸ ਆ, ਜਾਂ ਕੋਈ ਬੱਸ ਹੈ ਜਿਹੜੀ 9 ਸੀਟ ਵਿੱਚ ਹੋਵੇ। ਓਕੇ, ਕਾਰ ਦਾ ਲਾਇਸੈਂਸ ਪਾਸ ਕਰਨ ਤੋਂ ਬਾਅਦ ਜਿਹੜੀਆਂ ਜੌਬ ਦੀਆਂ ਓਪਰਚੁਨਿਟੀਜ਼ ਆ ਕਿੰਨੀ ਹੈਲਪਫੁਲ ਆ? ਕਾਰ ਤੋਂ ਜਿਹੜੀਆਂ ਆਮ ਹੈ ਟੈਸਕੋ ਦੀ ਵੈਨਾਂ ਜਾਂ ਦੂਸਰੇ ਬਿਲਡਿੰਗ ਜਿਹੜੇ ਵੈਨ ਆ ਚਲਾਉਂਦੇ, ਉਹਦੀ ਵੇਟ 3.5 ਟਨ ਤਾਈਂ ਹੈਗੀ ਆ, ਤੁਸੀਂ ਗੱਡੀ ਉਹ ਚਲਾ ਸਕੋਗੇ। ਹੁਣ ਸਾਡੇ ਕੋਲ ਇਨਕੁਆਇਰੀਆਂ ਆਉਂਦੀਆਂ ਹੁੰਦੀਆਂ ਕਿ ਭਾਜੀ ਮੈਂ ਕਾਰ ਦਾ ਟੈਸਟ ਪਾਸ ਕੀਤਾ ਕਿ ਮੈਨੂੰ ਵੈਨ ਦੇ ਲਾਇਸੈਂਸ ਚਾਹੀਦਾ, ਲੈਸਨ ਚਾਹੀਦਾ। ਇਹ ਤੁਹਾਨੂੰ ਲੈਸਨ ਕਿਤੋਂ ਨਹੀਂ ਮਿਲਣਾ, ਕਿਉਂਕਿ ਉਹ ਕੈਟੇਗਰੀ ਹੈ ਨਹੀਂ। ਤੁਹਾਨੂੰ ਜਿਹੜੇ ਮੈਜੋਰਿਟੀ ਬੰਦੇ ਨੇ ਰੱਖੇ ਤਾਂ 100% ਉਹਨੀ ਕਾਰਾਂ ਰੱਖੀਆਂ ਤੇ ਉਹਨੇ ਵੈਨਾਂ ਕੋਈ ਨਹੀਂ ਰੱਖੀਆਂ ਕਿ ਤੁਹਾਨੂੰ ਜਿੱਥੇ ਤੁਸੀਂ ਪ੍ਰੈਕਟਿਸ ਕਰ ਸਕੋ। ਬਟ ਇਹ ਕੋਈ ਖਾਸ ਨਹੀਂ ਔਖੀ ਗੱਲ ਆ, ਜਿਹੜਾ ਬੰਦਾ ਕਾਰ ਸੋਹਣੀ ਚਲਾਉਂਦਾ ਉਹ ਵੈਨ ਵੀ ਸੋਹਣੀ ਚਲਾ ਲਊਗਾ। ਤੁਸੀਂ ਕੈਟਾਗਰੀ ਦੀ ਗੱਲ ਕੀਤੀ, ਤੇ ਲਾਇਸੈਂਸ ਦੇ ਵਿੱਚ ਕਿੰਨੀਆਂ ਕੈਟਾਗਰੀਜ਼ ਹੁੰਦੀਆਂ? ਲਾਇਸੈਂਸ ਵਿੱਚ ਕਾਫੀ ਕੈਟੇਗਰੀ ਕੈਟੇਗਰੀ ਕਈ ਕਾਰ ਚਾਹੁੰਦੀ ਆ B and A, B ਹੈਗੀ ਮੈਨੂਅਲ, A ਹੈਗੀ ਆਟੋਮੈਟਿਕ। ਫਿਰ ਤੁਹਾਡੀ ਕੈਟੇਗਰੀ ਫਰਮ 3.5 ਟਨਸ ਟੂ 32 ਟਨਸ, 32 C1 ਜਿਹੜੀ ਹੈਗੀ ਆ ਅਪ ਟੂ 7.5 ਟਨਸ, ਜਿਹੜੀ ਫਿਰ ਉਹ ਤੋਂ ਉੱਤੇ ਆ C ਕੈਟੇਗਰੀ ਆ, ਉਹ ਅਪ ਟੂ 32 ਟਨ ਫॉर द ਟਰੱਕਸ, ਲੋਰੀਜ਼। ਜੇ ਤੁਸੀਂ ਫਿਰ ਮਿਨੀ ਬੱਸਾਂ ਜਾਂਦੇ ਆ, ਕੈਟੇਗਰੀ D1 ਹੁੰਦੀ ਆ ਕਿ ਜਿਹੜੀ ਮਿਨੀ ਬੱਸ ਅਪ ਟੂ 17 ਸੀਟਰਸ, ਫਿਰ D ਆਉਂਦੀ ਆ ਕਿ ਸਾਰੇ ਬੱਸਾਂ ਨੂੰ ਕਵਰ ਕਰਦੀ ਆ। ਓਕੇ, we'll talk about later about the trucks, ਪਰ ਜਿੱਦਾਂ ਕੋਈ ਨਿਊਲੀ ਪਾਸ ਹੈਗਾ ਕਾਰ ਦਾ ਟੈਸਟ ਉਹਨਾਂ ਨੇ ਪਾਸ ਕੀਤਾ, when they check their insurance is quite high, so ਉਹਦੇ ਲਈ ਵੀ ਕੋਈ ਸਪੈਸ਼ਲ ਕੋਰਸਿਸ ਹੈਗਾ so they can come down? ਓਕੇ, ਜਿਹੜੀ ਇੰਸ਼ੋਰੈਂਸ ਗੱਡੀ ਦੀ ਕਰਾਉਣੀ ਆ ਆਫਟਰ ਪਾਸਿੰਗ ਯੂਰ ਫਰਸਟ ਟੈਸਟ, ਕਿ ਤੁਸੀਂ ਤੁਹਾਡੀ ਬਹੁਤ ਹਾਈ ਹੋਣੀ ਆ, ਇਹ ਮੈਂ ਦੱਸਣਾ ਕਿ ਹਾਂ ਵੀ ਕਾਫੀ ਹਾਈ ਹੁੰਦੀ ਹੈ। ਪਰ ਉਹਦੀ ਸਕੀਮ ਬਣਾਈ ਆ ਪਾਸ ਪਲੱਸ ਗਵਰਨਮੈਂਟ ਨੇ। ਜੇ ਤੁਸੀਂ ਥੋੜ੍ਹੇ 5-6 ਸਾਲ ਹੋਰ ਲੈਸਨ ਲਓਗੇ ਆਪਣੇ ਇੰਸਟ੍ਰਕਟਰ ਤੋਂ, ਉਹ ਜੇ ਉਹ ਇੰਸਟ੍ਰਕਟਰ ਆਪਣਾ ਰਜਿਸਟਰ ਕੀਤਾ ਆ, ਤੁਹਾਨੂੰ ਉਹਨੀ ਵਿਦ DSA ਉਹਨੇ ਤੁਹਾਨੂੰ ਸਰਟੀਫਿਕੇਟ ਦੇਣਾ ਕਿ ਮੈਂ ਪਾਸ ਕੋਰਸ ਕੀਤਾ ਆ, ਤੇ ਤੁਹਾਨੂੰ 20% ਡਿਸਕਾਊਂਟ ਮਿਲ ਜਾਣੀ ਆ ਤੁਹਾਡੀ ਇੰਸ਼ੋਰੈਂਸ 'ਤੇ। ਬਟ ਰੀਅਲੀ ਸਪੀਕਿੰਗ ਇੰਸ਼ੋਰੈਂਸ is the main ਔਖਾ ਸਟੈਪ ਆ। ਜਿਹੜੇ ਤੁਸੀਂ ਪਹਿਲੇ ਪਾਸ ਕਰਦੇ ਹੋ ਤੁਹਾਡੇ 2-3
ਤੁਸੀਂ ਮੇਬੀ 500-600 ਹਜ਼ਾਰ ਦੀ ਕਾਰ ਲੈਣੇ ਤੁਹਾਡੇ 2-3 ਹਜ਼ਾਰ ਪਾਉਣ ਇੰਸ਼ੋਰੈਂਸ ਚਲਾ ਜਾਂਦਾ। ਸਟੂਡੈਂਟਸ ਜਦੋਂ ਇੰਡੀਆ ਤੋਂ ਆਉਂਦੇ ਆ ਉੱਥੋਂ ਇੰਟਰਨੈਸ਼ਨਲ ਲਾਇਸੈਂਸ ਲੈ ਕੇ ਆਉਂਦੇ ਉਹ ਚਲਾ ਸਕਦੇ ਇੰਟਰਨੈਸ਼ਨਲ ਲਾਇਸੈਂਸ ਤੇ ਗੱਡੀ? ਹਾਂਜੀ, ਤੁਸੀਂ ਇੰਟਰਨੈਸ਼ਨਲ ਲਾਇਸੈਂਸ ਤੇ 1 ਸਾਲ ਚਲਾ ਸਕਦੇ ਆ, ਉਸ ਤੋਂ ਬਾਅਦ ਨਹੀਂ ਚਲਾ ਸਕਦੇ। ਆਫਟਰ 1 ਸਾਲ ਫਿਨਿਸ਼। what you want to suggest ਕਿ ਆ ਕੇ ਇੰਟਰਨੈਸ਼ਨਲ ਲਾਇਸੈਂਸ ਤੇ ਫਿਰ ਵੀ ਉਹਨਾਂ ਨੂੰ ਥੋੜੇ ਜਿਹੇ ਲੈਸਨ ਲੈਣੇ ਚਾਹੀਦੇ ਆ ਕਿ ਕਿਉਂਕਿ ਉੱਥੇ ਰਫ ਡਰਾਈਵਿੰਗ ਕਰਦੇ ਆ, ਰੂਲਸ ਐਂਡ ਰੈਗੂਲੇਸ਼ਨਸ ਨਹੀਂ ਪਤਾ ਹੁੰਦੇ? ਮੈਂ ਜਿਹੜਾ ਮਰਜੀ ਬੰਦਾ ਐਸ ਕੰਟਰੀ ਤੋਂ ਆਉਂਦਾ, ਸਟੂਡੈਂਟ ਨੌਨ ਸਟੂਡੈਂਟ ਵਟਐਵਰ, ਜਿਸ ਵੇਲੇ ਵੀ ਉਹ ਆ ਕੇ ਇੱਥੇ ਸਟੈਪ ਹੁੰਦਾ, ਮੈਂ ਉਹਨਾਂ ਨੂੰ ਰეკਮੈਂਡ ਕਰਦਾ ਐਪਲੀਕੇਸ਼ਨ ਕਰ ਦਿਓ। ਪਰ ਸੇਇੰਗ ਆਲ ਦੈਟ, ਉਹ ਕਹਿੰਦੇ ਕਿ ਹੈਵ ਯੂ ਲਿਵਡ ਇਨ ਦਿਸ ਕੰਟਰੀ ਫॉर 185 days। ਉਹ ਜੇ ਉਹ ਤੁਹਾਨੂੰ ਖਿਆਲ ਰੱਖਣਾ ਪੈਣਾ ਕਿ ਹਾਂ ਵੀ 185 days ਤੁਸੀਂ ਰਹੇ ਆ। ਮੈਂ ਸੁਜੈਸਟ ਕਰਦਾ ਕਿ ਹਾਂ ਵੀ 185 ਦੇ ਤੇ ਪਹਿਲਾਂ ਤੁਸੀਂ ਐਪਲੀਕੇਸ਼ਨ ਕਰ ਦਿਓ 1-2 ਦਿਨ ਕਿ ਤੁਹਾਨੂੰ ਲਾਇਸੈਂਸ ਮਿਲ ਜਾਵੇ। ਕਿਸ ਤਰ੍ਹਾਂ ਕਿ ਸਿਚੁਏਸ਼ਨ ਚੇਂਜ ਹੋ ਜਾਏ, ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਜਾਵੇ ਜਾਂ ਤੁਹਾਡਾ ਦੂਸਰਾ ਆਟੋ ਡੇਟ ਹੋ ਜਾਵੇ ਵਟਐਵਰ, ਫਿਰ ਉਹ ਨਹੀਂ ਤੁਹਾਨੂੰ ਲਾਇਸੈਂਸ ਨਹੀਂ ਦੇਣਾ। ਲਾਇਸੈਂਸ ਇਜ਼ ਵੈਰੀ ਵੈਰੀ ਇੰਪੋਰਟੈਂਟ, ਤੁਹਾਨੂੰ ਜ਼ਰੂਰੀ ਆ ਇਸ ਕੰਟਰੀ 'ਚ। ਲਾਇਸੈਂਸ ਬਗੈਰ ਬੰਦੇ ਨੂੰ ਕੰਮ ਨਹੀਂ ਮਿਲੂਗਾ, ਤੁਸੀਂ ਤੁਹਾਨੂੰ ਜ਼ਿਆਦਾ ਟਾਈਮ ਲੱਗੂਗਾ। ਤੁਹਾਡੀ ਜਿਹੜੀ ਇੱਥੇ ਸਾਰਾ ਸੁਸਾਇਟੀ ਡਰਾਈਵਿੰਗ ਤੇ ਚੱਲ ਰਹੀ ਹੈ। ਹਲੇ ਇੰਡੀਆ 'ਚ ਤੁਹਾਨੂੰ ਥੋੜਾ ਬੜਾ ਹੋ ਜੂਗਾ, ਤੁਹਾਨੂੰ ਹੋਰ ਕੋਈ ਲੈ ਜਾਊਗਾ, ਪਰ ਇੱਥੇ ਤੁਹਾਨੂੰ ਜਿਹੜੇ ਤੁਹਾਡੇ ਕੋਲ ਲਾਇਸੈਂਸ ਹੈਗਾ, ਤੁਸੀਂ ਬੱਚਿਆਂ ਨੂੰ ਸਕੂਲੇ ਛੱਡਣਾ ਜਾਂ ਤੁਸੀਂ ਕੰਮ ਤੇ ਜਾਣਾ ਕਿ ਜੌਬ ਦੇਖਣੀ ਕਿ ਹਾਂ ਵੀ ਆ ਇਜ਼ ਵੈਰੀ ਵੈਰੀ ਇੰਪੋਰਟੈਂਟ। ਕੈਨ ਆਈ ਡਰਾਈਵ ਸਮਨ ਐਲਸਸ ਕਾਰ? ਆਮ ਨਾਟ ਇੰਸ਼ੋਰਡ ਔਨ ਇਟ। ਨੋ। ਤੁਸੀਂ ਇੱਕ ਚੀਜ਼ ਜ਼ਰੂਰ ਖਿਆਲ ਰੱਖਣੀ ਆ, ਜਿਸ ਵੇਲੇ ਵੀ ਕੋਈ ਵੀ ਗੱਡੀ ਖਰੀਦਣੀ, ਤੁਸੀਂ ਉਹਦਾ ਇੰਸ਼ੋਰੈਂਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਜੇ ਉਹ ਇੰਸ਼ੋਰੈਂਸ ਨਾ ਹੋਈ ਤੇ ਤੁਸੀਂ ਨਾ ਗੱਡੀ। MOT ਹਲੇ ਥੋੜ੍ਹਾ ਜਿਹਾ ਰੈਸਟ੍ਰਿਕਟ ਆ, ਪਰ ਇੰਸ਼ੋਰੈਂਸ ਬਹੁਤ। ਜੇ ਪੁਲਿਸ ਨੇ ਤੁਹਾਨੂੰ ਖੜਿਆ ਕਰ ਲਿਆ, ਉਹਨੇ ਸਿੱਧਾ 6 ਪੁਆਇੰਟ ਲਾਉਣੇ ਤੁਹਾਡੇ ਲਾਇਸੈਂਸ ਤੇ ਐਟ ਦ ਸੇਮ ਟਾਈਮ ਤੁਹਾਨੂੰ ਫਾਈਨ ਕਰ ਦੇਣਾ। ਉਹਨੇ ਇਹ ਨਹੀਂ ਦੇਖਣਾ ਕਿ ਹਾਂ ਵੀ ਦਿਸ ਐਂਡ ਦੈਟ ਸੋ ਸੋ ਫੋਰਥ, ਉਹਨੇ ਕਹਿਣਾ ਸਟ੍ਰੇਟ ਅਵੇ। ਜਿਸ ਵੇਲੇ 6 ਪੁਆਇੰਟ ਤੁਹਾਡੇ ਲਾਇਸੈਂਸ ਦੇ ਲੱਗ ਗਏ, ਤੁਹਾਡਾ ਜਿਹੜਾ ਲਾਇਸੈਂਸ ਉਹ ਡੀਵੈਲੂਏਸ਼ਨ ਹੋ ਜਾਂਦਾ ਕਿ ਹਾਂ ਵੀ ਇਹ ਬੰਦੇ ਦੇ ਲਾਇਸੈਂਸ ਤੁਹਾਡੀ ਇੰਸ਼ੋਰੈਂਸ ਵੱਧ ਜਾਣੀ ਹੈ। ਜੇ ਆਪਾਂ ਪੁਆਇੰਟਸ ਦੀ ਗੱਲ ਕਰੀਏ ਤੇ ਇਹ ਜਿਹੜੇ ਪੁਆਇੰਟ ਆ, ਕਈਆਂ ਨੂੰ ਨਹੀਂ ਹਲੇ ਅੰਡਰਸਟੈਂਡਿੰਗ ਹੈਗੀ ਇਹ ਪੁਆਇੰਟਸ ਬਾਰੇ, ਇਹ ਕੀ ਹੈ? ਪੁਆਇੰਟਸ ਲੱਗਦੇ ਜਦੋਂ ਤੁਸੀਂ ਕੋਈ ਸਪੋਜ਼ ਤੁਸੀਂ ਗੱਡੀ ਦੀ ਇੰਸ਼ੋਰੈਂਸ MOT ਇਜ਼ ਨਾਟ ਇਨਕਲੂਡਡ ਇਨ ਦ, ਜੇ ਤੁਸੀਂ ਗੱਡੀ ਕਿਤੇ ਕੀ ਕਹਿੰਦੇ ਹੁੰਦੇ ਆ ਰੈੱਡ ਲਾਈਟਾਂ ਨਿਕਲ ਜਾਂਦੀ ਹੈ, 3 ਪੁਆਇੰਟ ਹੋਣ ਜਾਣੇ, ਓਵਰ ਸਪੀਡ ਤੇ ਲਾ ਸਕਦੇ ਆ। ਡੇਂਜਰਸ ਡਰਾਈਵਿੰਗ, ਡਰਿੰਕ ਐਂਡ ਡਰਾਈਵ ਇਜ਼ ਵੈਰੀ ਸੀਰੀਅਸ ਆਫ ਕਿ ਜੇ ਤੁਸੀਂ ਡਰਿੰਕ ਐਂਡ ਡਰਾਈਵ ਕਰਨਾ, ਸਿੱਧਾ ਤੁਹਾਡਾ ਲਾਇਸੈਂਸ ਕੈਂਸਲ ਹੀ ਕਰ ਦੇਣਾ। ਜਿਸ ਵੇਲੇ ਤੁਸੀਂ 12 ਪੁਆਇੰਟਸ ਜਨਰੇਟ ਕਰ ਰਹੇ ਹੋ ਲਾਇਸੈਂਸ ਤੇ, ਉਸ ਲਈ ਕੋਰਟਸ ਕੈਨ ਡਿਸਾਈਡ ਟੂ ਕੈਂਸਲ ਯੂਰ ਲਾਇਸੈਂਸ ਕਿ ਹਾਂ ਵੀ ਉਹਨੇ ਤੁਹਾਨੂੰ ਲਾਇਸੈਂਸ ਲੈਣ ਕੇ ਤੁਹਾਨੂੰ ਕਹਿਣਾ 1 ਸਾਲ ਦੀ ਬੈਨ। ਇਟ ਡਿਪੈਂਡਸ ਔਨ ਕਿ ਵਾਟ ਦ ਸਿਚੁਏਸ਼ਨ 12 ਪੁਆਇੰਟ ਤੁਹਾਡਾ ਕਿੱਦਾਂ ਲੱਗਿਆ। ਜੇ 12 ਪੁਆਇੰਟ ਇਹ ਕੋਰਟ ਦਾ ਮੈਟਰ ਹੁੰਦਾ, ਜਿਹਨੇ ਤੁਸੀਂ ਕਹਿਣਾ ਕਿ ਕੋਰਟ ਜਾ ਕੇ ਮੇਰੇ 12 ਪੁਆਇੰਟ ਲੱਗ ਗਏ, ਕਈ ਕੋਰਟ ਕਹਿੰਦੇ ਹਾਂ ਵੀ ਠੀਕ ਹੈ ਦੇਖ ਲਾ ਹੁਣ ਤੇਰੇ 12 ਪੁਆਇੰਟ, ਨੈਕਸਟ ਟਾਈਮ ਜੇ ਮੁੜ ਕੇ ਆਇਆ ਤੇਰਾ ਲਾਇਸੈਂਸ ਕੈਂਸਲ, ਕਿਉਂਕਿ ਤੇਰੀ ਜੌਬ ਜਾਂ ਤੇਰੇ ਸਪੈਸ਼ਲ ਕੰਡੀਸ਼ਨਸ ਹੈਗੇ ਆ ਕਿ ਹਾਂ ਵੀ ਵੀ ਮਸਟ ਕੀਪ ਯੂ ਵਿਦ ਅ ਡਰਾਈਵਿੰਗ ਲਾਇਸੈਂਸ। ਬਟ ਜਨਰਲੀ ਸਪੀਕਿੰਗ ਜੇ ਤੁਹਾਡੇ ਕੋਲ ਕੋਈ ਰੀਜ਼ਨ ਨਹੀਂ ਚੰਗਾ ਕਿ 12 ਪੁਆਇੰਟ ਲੱਗ ਗਿਆ, ਜਨਰਲੀ ਸਪੀਕਿੰਗ ਉਹ ਨਹੀਂ ਤੁਹਾਡਾ ਲਾਇਸੈਂਸ ਕੈਂਸਲ ਕਰ ਦੇਣਾ। ਜਿਹੜੇ ਤੁਸੀਂ 12 ਪੁਆਇੰਟਸ ਦੀ ਗੱਲ ਕੀਤੀ, ਇਹ ਹੁਣ ਜਦੋਂ ਮੈਂ ਨਿਊਲੀ ਪਾਸ ਹੈਗਾ ਡਰਾਈਵਰ, within a month, within 2 months, I made a mistake, I've done something wrong, I've got the points, ਕਿੰਨੇ ਪੁਆਇੰਟਸ ਤੱਕ ਮੇਰੀ ਲਿਮਿਟ ਹੈਗੀ ਆ? ਜਿਸ ਵੇਲੇ ਕੋਈ ਪਹਿਲਾਂ ਟੈਸਟ ਪਾਸ ਕਰਦਾ, ਉਹ ਉਹਨਾਂ ਨੂੰ 2 ਸਾਲ ਦੇ ਵਿੱਚ ਜੇ 6 ਪੁਆਇੰਟ ਜਨਰੇਟ ਹੋ ਜਾਏ, ਲਾਈਕ ਫॉर ਓਵਰ ਸਪੀਡਿੰਗ ਜਾਂ ਕੀ ਕਹਿੰਦੇ ਹੁੰਦੇ ਜੰਪਿੰਗ ਰੈੱਡ ਲਾਈਟਸ ਔਰ ਵਟਐਵਰ ਹੈ ਨਾ, ਉਹਦਾ ਲਾਇਸੈਂਸ ਕੈਂਸਲ ਹੋ ਜਾਂਦਾ। ਅਗੇਨ ਤੁਸੀਂ ਕੋਰਟਸ ਜਾ ਸਕਦੇ ਆ ਕਿ ਤੁਸੀਂ ਆਰਗੂ ਕਰ ਸਕਦੇ ਆ ਕਿ ਮੈਨੂੰ ਨਾ ਕੈਂਸਲ ਕਰੋ, ਮੈਨੂੰ ਕੋਰਸ 'ਤੇ ਭੇਜ ਦਿਓ। ਇਹ ਕੋਰਟਾਂ ਦਾ ਹੁੰਦਾ ਕਿ ਹਾਂ ਵੀ ਉਹ ਜੇ ਡਿਸਾਈਡ ਕਰ ਕੋਈ ਸਪੈਸ਼ਲ ਕੰਡੀਸ਼ਨ ਹੈਗਾ ਕਿ ਤੁਹਾਡੇ ਲਈ ਕਿ ਨਾ ਕੈਂਸਲ ਕਰਕੇ ਤੁਹਾਨੂੰ ਕੋਈ ਸਪੀਡ ਅਵੇਅਰਨੈਸ ਕੋਰਸ ਹੁੰਦਾ, ਡਰਿੰਕ ਐਂਡ ਡਰਾਈਵ ਕੋਰਸ ਹੁੰਦਾ, ਸੋ ਭੇਜ ਕੇ ਤੁਹਾਨੂੰ ਤੁਹਾਡਾ ਲਾਇਸੈਂਸ ਨਾ ਨਹੀਂ ਕਰਦੇ ਕੈਂਸਲ, ਪਰ ਤੁਸੀਂ ਗ੍ਰੈਂਟ ਕਰ ਦਿਓ।
ਜਿੱਦਾਂ ਤੁਸੀਂ ਡਰਿੰਕ ਐਂਡ ਡਰਾਈਵ ਦਾ ਦੱਸਿਆ ਵੀ ਤੁਹਾਡਾ ਲਾਇਸੈਂਸ ਜੇ ਤੁਸੀਂ ਫੜੇ ਜਾਂਦੇ ਹੋ ਡਰਿੰਕ ਐਂਡ ਡਰਾਈਵ ਦੇ ਵਿੱਚ ਤੁਹਾਡਾ ਲਾਇਸੈਂਸ ਸਟ੍ਰੇਟ ਵੇ ਕੈਂਸਲ ਕਰ ਦਿੰਦੇ ਆ। ਉਸ ਤੋਂ ਇਲਾਵਾ ਵੀ ਕੋਈ ਅਫੈਂਸ ਹੈਗਾ ਨਿਊਲੀ ਪਾਸ ਡਰਾਈਵਰਸ ਦੇ ਲਈ ਵੀ ਲਾਇਸੈਂਸ ਉਹਨਾਂ ਦਾ ਸਟ੍ਰੇਟ ਵੇ ਕੈਂਸਲ ਹੋ ਸਕਦਾ ਕੋਈ ਮੇਜਰ ਮਿਸਟੇਕ ਕਰਨ? ਹਾਂ, ਆਈ ਮੀਨ ਡੇਂਜਰਸ ਡਰਾਈਵਿੰਗ ਇਜ਼ ਵਨ ਕਿ ਹਾਂ ਵੀ ਜੇ ਤੁਸੀਂ ਗੱਡੀ ਬਹੁਤ ਡੇਂਜਰਸ ਕਰਕੇ ਉਹਨਾਂ ਕੋਲ ਵੀਡੀਓ ਐਵੀਡੈਂਸ ਹੈਗਾ ਕੋਰਟ 'ਚ ਦੱਸਦੇ ਕਿ ਹਾਂ ਵੀ ਇਹ ਗੱਡੀ ਨੇ ਇਸ ਬੰਦੇ ਨੇ ਇੱਦਾਂ ਗੱਡੀ ਚਲਾਈ ਹੋਈ ਸੋ ਸੋ ਫੋਰਥ। ਅਗੇਨ ਯੂਜ਼ਿੰਗ ਮੋਬਾਈਲ ਟੈਲੀਫੋਨਸ as straight cancellation, right? Generally speaking, dangerous driving ਜੋ ਤੁਹਾਡਾ ਉਹ ਸਿੱਧਾ ਕੈਂਸਲ ਕਰ ਸਕਦੇ ਆ। ਓਕੇ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਜੀ ਦਰਬਾਰਾ ਸਿੰਘ ਜੀ ਤੂਤ ਦੇ ਨਾਲ ਤੇ ਬਹੁਤ ਹੀ ਵਧੀਆ ਇਨਫੋਰਮੇਸ਼ਨ ਇਹਨਾਂ ਨੇ ਸਾਨੂੰ ਦਿੱਤੀ ਕਾਰ ਦੇ ਲਾਇਸੈਂਸ ਲਈ। ਅਗਲੇ ਐਪੀਸੋਡ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਟਰੱਕਿੰਗ ਲਾਇਸੈਂਸ ਤੇ ਬੱਸ ਦੇ ਲਾਇਸੈਂਸ ਬਾਰੇ। ਤੁਸੀਂ ਦੇਖਦੇ ਰਹੋ ਸਾਡਾ ਪ੍ਰਾਈਮ ਪੰਜਾਬੀ, ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਤੇ ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਸਾਡੇ ਬਾਟਮ ਤੇ ਜਿਹੜਾ ਇਹਨਾਂ ਦਾ ਨੰਬਰ ਡਿਸਪਲੇ ਹੋ ਰਿਹਾ ਤੇ ਇਹਨਾਂ ਦੇ ਈਮੇਲ ਤੁਸੀਂ ਉੱਥੋਂ ਕੰਟੈਕਟ ਕਰ ਸਕਦੇ ਹੋ। ਤਾਂ ਇੱਕ ਵਾਰੀ ਫੇਰ ਦਰਬਾਰਾ ਸਿੰਘ ਜੀ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ, ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ ਵੈਰੀ ਮਚ।